ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ। ਮੰਗਲਵਾਰ ਦੇਰ ਸ਼ਾਮ ਉਹਨਾਂ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਆਖਰੀ ਸਾਹ ਲੈ। ਉਹ ਪਿਛਲੇ ਬੁੱਧਵਾਰ ਤੋਂ ਹਸਪਤਾਲ ਦੇ ਮੈਡੀਕਲ ਆਈਸੀਯੂ ਦੇ ਵਿੱਚ ਦਾਖਲ ਸਨ। ਉਹ ਦਿਲ ਦੇ ਰੋਗਾਂ ਤੋਂ ਪੀੜਤ ਸਨ ਅਤੇ ਕੁਝ ਦਿਨਾਂ ਤੋਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਹੋ ਰਹੀ ਸੀ। ਇਸੇ ਦੌਰਾਨ ਪੰਜਾਬ ਸਰਕਾਰ ਨੇ ਅੱਜ ਸਰਕਾਰੀ ਛੁੱਟੀ ਅਤੇ ਕੇਂਦਰ ਸਰਕਾਰ ਨੇ 2 ਰੋਜ਼ਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਸਰਕਾਰੀ ਇਮਾਰਤਾਂ ਤੇ ਕੌਮੀ ਝੰਡੇ ਅੱਧੇ ਝੁਕੇ ਰਹਿਣਗੇ। 8 ਦਸੰਬਰ 1927 ਨੂੰ ਜਨਮੇ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਸਨ 1947 ਵਿੱਚ ਰਾਜਨੀਤੀ ਵਿੱਚ ਪੈਰ ਧਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 1970 ਤੋਂ 71, ਦੂਜੀ ਵਾਰ 1977 ਤੋਂ 1980 ਤੱਕ, ਤੀਜੀ ਵਾਰ 1997 ਤੋਂ 2002 ਤੱਕ ਅਤੇ ਬਾਅਦ ਵਿੱਚ ਲਗਾਤਾਰ 10 ਸਾਲ 2007 ਤੋਂ 2017 ਤੱਕ ਸੂਬੇ ਦੇ ਮੁੱਖ ਮੰਤਰੀ ਬਣੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ 27 ਅਪ੍ਰੈਲ ਨੂੰ ਬਾਅਦ ਦੁਪਹਿਰ 1 ਵਜੇ ਪਿੰਡ ਬਾਦਲ ਵਿਖੇ ਹੋਵੇਗਾ। ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ਰਾਜਪੁਰਾ, ਪਟਿਆਲਾ, ਸੰਗਰੂਰ, ਬਰਨਾਲਾ, ਰਾਮਪੁਰਾ ਫੂਲ ਤੇ ਬਠਿੰਡਾ ਹੁੰਦੀ ਹੋਈ ਪਿੰਡ ਬਾਦਲ ਪੁੱਜੇਗੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਤੁਸੀਂ ਆਖਿਰ ਇੰਨੀ ਵੱਡੀ ਸੇਵਾ ਸਨ 57 ਚ ਪਹਿਲੀ ਵਾਰੀ ਉਹ ਐਮਐਲਏ ਬਣੇ ਸੀ ਔਰ 10 ਵਾਰੀ ਉਹਨਾਂ ਨੇ ਆਪਣੇ ਇਲਾਕੇ ਦਾ ਪ੍ਰਤੀਨਿਧਤਵ ਕੀਤਾ ਹੈ। ਇੱਕ ਲੰਬੀ ਪਾਰੀ ਉਹਨਾਂ ਨੇ ਖੇਲੀ ਹੈ। ਸ਼ਾਇਦ ਹੀ ਇੰਨੀ ਲੰਬੀ ਪਾਰੀ ਖੇਲਣ ਵਾਲੇ ਹੋਰ ਕੋਈ ਨੇਤਾ ਹੋਣ ਇੱਥੇ। ਇਸ ਤਰ੍ਹਾਂ ਉਹਨਾਂ ਨੂੰ ਜਿਵੇਂ ਪੰਜਾਬ ਦਾ ਕੋੜ ਕਿਹਾ ਜਾਂਦਾ ਹੈ, ਪੰਜਾਬ ਦੇ ਵਿੱਚ ਵੱਡਾ ਲੀਡਰ ਦੇ ਨਾਤੇ ਸੀ ਉਹਨਾਂ ਦੀ ਇੱਜ਼ਤ ਸੀ। ਮੈਂ ਉਹਨਾਂ ਨੂੰ ਆਪਣੀ ਸ਼ਰਧਾਂਜਲੀ बहुत ही दुखदायी समाचार है कि सरदार प्रकाश सिंह जी बादल साहब जो श्रोमणी अकाली दल के सरपरस्त थे और साबका मुख्यमंत्री थे, वो आज नहीं रहे। ये एक बहुत बड़ा घाटा है समुची राजनीति के लिए, सारे देश के लिए, समूह पंजाबियों के लिए और सारे सिख जगत के लिए। मैं सबकी जानकारी के लिए बताना चाहता हूँ कि कल उनका शरीर जो है 10 बजे श्रोमणी अकाली दल के हेड ऑफिस चंडीगढ़ में 28 सेक्टर में लाया जाएगा। 10 से 12 सारे वर्कर और जो भी दर्शन करना चाहे वहां दर्शन कर सकेगा। 12 बजे हम उनको सत्कार के साथ काफले की शक्ल में बादल गांव की तरफ लेके जाएंगे। काफला पार्टी हेड ऑफिस से चलेगा। उसके बाद जो है पटियाला, पहले राजपुरा, पटियाला, संगरूर, बरनाला, रामपुरा फोर्ट, बठिंडा और बादल गांव हाईवे के ऊपर काफला चलेगा। जिसने भी दर्शन करने हो वो इस प्रोग्राम के मुताबिक आ सकता है। परसों 1 बजे उनका अंतिम संस्कार बादल गांव में किया जाएगा। बहुत बड़ा घाटा है। परमात्मा बिछड़ी आत्मा को शांति बख्शे और सबको ये दुख सहने की शक्ति बख्शे। मैं तो मेरे साथी अज जलंधर की पार्लीमेंट की ਬਾਈ ਇਲੈਕਸ਼ਨ ਦੀ ਕੰਪੇਨ ਵਿੱਚ ਸੀ ਜਦੋਂ ਸਾਨੂੰ ਅਚਾਨਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਦੀ ਡੈਥ ਦੀ ਖਬਰ ਮਿਲੀ ਹੈ। ਸਾਡੇ ਸਾਰਿਆਂ ਵਾਸਤੇ ਬਹੁਤ ਹੀ ਦੁਖਦਾਈ ਖਬਰ ਹੈ। ਮੈਂ ਸਮਝਦਾ ਇੱਕ ਬਹੁਤ ਵੱਡਾ ਯੁੱਗ ਐਂਡ ਹੋਇਆ। ਉਹ ਆਪਣੇ ਆਪ 'ਚ ਇੱਕ ਇੰਸਟੀਟਿਊਸ਼ਨ ਸਨ। 5 ਦਫਾ ਪੰਜਾਬ ਦੇ ਮੁੱਖ ਮੰਤਰੀ ਰਹੇ, ਸੈਂਟਰ ਦੇ ਵਿੱਚ ਐਗਰੀਕਲਚਰ ਦੇ ਮਿਨਿਸਟਰ ਰਹੇ। 70 ਸਾਲ ਤੋਂ ਵੱਧ ਉਹਨਾਂ ਦੀ ਇੱਕ ਰਾਜਨੀਤਿਕ ਜਿਹੜੀ ਜਰਨੀ ਸੀ, ਬਹੁਤ ਕਾਮਯਾਬ ਉਹਨਾਂ ਦੀ ਜਰਨੀ ਸੀ। ਪੰਜਾਬ ਦੇ ਸਾਰਿਆਂ ਨੂੰ ਟੌਲੈਸਟ ਲੀਡਰਸ ਦੇ ਵਿੱਚ ਇੱਕ ਸਨ। ਸਾਰੇ ਦੇਸ਼ 'ਚ ਵਿਸ਼ੇਸ਼ ਤੌਰ ਕਿਸਾਨੀ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਨਾਂ ਸੀ। ਮੈਂ ਸਮਝਦਾ ਅੱਜ ਮੈਂ ਆਪਣੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਅਤੇ ਸਮੂਹ ਪੰਜਾਬੀਆਂ ਵੱਲੋਂ ਉਹਨਾਂ ਦੇ ਜਾਨ ਦਾ ਅਸੀਂ ਗਹਿਰਾ ਦੁੱਖ ਇਜ਼ਹਾਰ ਕਰਨੇ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਇਹ ਅਰਦਾਸ ਕਰਨੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ, ਵਿਸ਼ੇਸ਼ ਤੌਰ ਸਾਹ ਸੁਖਬੀਰ ਸਿੰਘ ਬਾਦਲ ਨੂੰ ਅਤੇ ਅਕਾਲੀ ਦਲ ਦੇ ਕਾਡਰਸ ਨੂੰ ਇਹ ਬਲ ਬਖਸ਼ਣ ਕਿ ਉਹ ਇੰਨਾ ਵੱਡਾ ਲਾਸ ਸਹਿ ਕਰ ਸਕਣ। ਦੇਖੋ, ਉਹਨਾਂ ਦੇ ਨਾਲ ਦੀ ਰਾਜਨੀਤੀ ਇੱਕ ਪੁਰਾਣਾ ਮੌਕਾ ਨਹੀਂ ਹੈ ਇਸ ਸ਼ਬਦ ਪਰ ਮੈਂ ਹੋਰ ਕਿਸੇ ਤਰੀਕੇ ਨਾਲ ਇੱਕ ਸੀਰੀਅਲ ਆਉਂਦਾ ਸੀਗਾ ਪਹਿਲਾਂ ਦੂਰਦਰਸ਼ਨ ਦੇ ਉੱਤੇ ਜਿਹਦਾ ਨਾਮ ਹੁੰਦਾ ਸੀ ਕਹਾਂ ਗਏ ਉਹ ਲੋਕ।
ਮੈਂ ਸਮਝਦਾ ਵੀ ਇਹ ਬਾਦਲ ਸਾਹਿਬ ਦੇ ਵਰਗੇ ਹੁਣ ਮਾਡਲ ਬਣਨੇ ਬੰਦ ਹੋ ਗਏ ਸਭ। ਅੱਜ ਰਾਜਨੀਤੀ 'ਚ ਉਹਨਾਂ ਦੇ ਕਿਸਮ ਦੇ ਬੰਦੇ ਕਿਰਦਾਰ ਹੈ ਨਹੀਂ। ਹੀ ਵਾਜ਼ ਅ ਪਰਸਨੈਲਿਟੀ ਵੇ ਅਬਵ ਪੋਲਿਟਿਕਸ। ਕੋਈ ਰਾਜਨੀਤਿਕ ਸਾਡੇ ਬੜੇ ਰਾਜਨੀਤਿਕ ਮਤਭੇਦ ਸੀਗੇ ਬੜੇ ਉੱਥੇ। ਜਿਨ੍ਹਾਂ ਦਿਨਾਂ 'ਚ ਮੈਨੂੰ ਲੀਡਰ ਆਫ ਆਪੋਜੀਸ਼ਨ ਰਹਿਣ ਦਾ ਮੌਕਾ ਮਿਲਿਆ ਉਦੋਂ ਤਾਂ ਕੜਤਨ ਹੀ ਬਹੁਤ ਸੀਗੀ। ਬਹੁਤ ਸਾਰੇ ਇਸ਼ੂਜ਼ ਜਿਹੜੇ ਸੀਗੇ 2012 ਤੋਂ 17 ਦੇ ਦਰਮਿਆਨ ਜਿਹੜੇ ਸੀਗੇ ਦੋਨਾਂ 3.5 ਸਾਲਾਂ 'ਚ ਬਹੁਤ ਬੜੀ ਤਿੱਖੀਆਂ ਤਕਰਾਰਾਂ ਹੋਈਆਂ। ਮੇਰੇ ਉੱਤੇ ਰੈਜ਼ੋਲੂਸ਼ਨ ਪਾਇਆ ਗਿਆ ਅਸੈਂਬਲੀ 'ਚੋਂ ਬਾਹਰ ਕਰਨ ਦਾ, ਪਰ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਰਿਹਾ ਤੇ ਮੈਂ ਇਸ ਗੱਲ ਦਾ ਦੇਣਦਾਰ ਹਾਂ। ਡਾਕਟਰ ਸਾਹਿਬ ਯਾਦ ਹੈ ਇੱਕ ਵਾਰ ਜਦੋਂ ਸੀਐਮ ਸੀਗੇ ਧਰਨਾ ਕਾਂਗਰਸ ਨੇ ਦੇਣਾ ਸੀ ਉਦੋਂ ਪਹਿਲਾਂ ਹੀ ਕਈ ਵਾਰੀ ਬਹਿ ਗਏ ਸੀਗੇ। ਕਈ ਵਾਰੀ ਸਾਹਿਬ ਜਦੋਂ ਵੀ ਅਮਰਿੰਦਰ ਸਿੰਘ 1 ਘੰਟਾ ਲੇਟ ਪਹੁੰਚੇ ਸੀ ਸ਼ਾਇਦ। ਜੀ ਕਿੰਨੀ ਵਾਰੀ ਵੀ ਜਦੋਂ ਵੀ ਉੱਥੇ ਗਏ ਆ ਉਹਨਾਂ ਨੇ ਬੜੇ ਅਦਰਵਾਈਜ਼ ਇੱਕ ਵਾਰ ਤਾਂ ਉੱਥੇ ਹੈ ਹੀ ਨਹੀਂ ਸੀ ਕਿ ਉਦੋਂ ਉਹਨਾਂ ਨੂੰ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਉਹਨਾਂ ਨੇ ਗੁਰੂ ਸਾਹਿਬ ਨਹੀਂ ਆਪਣੇ ਸੀਗੇ ਸੰਧੂ ਸਾਹਿਬ ਸੀਗੇ ਉਹਨਾਂ ਨੂੰ ਕਿਹਾ ਉਹਨਾਂ ਨੂੰ ਸਾਰਿਆਂ ਨੂੰ ਅੰਦਰ ਬੁਲਾ ਕੇ ਚਾਹ ਚੁ ਪਿਆਓ। ਮੈਂ ਕਿਹਾ ਚਾਹ ਨਹੀਂ ਸਾਡੀ ਗੱਲ ਸੁਣ ਲਓ ਕਿਉਂ ਗੰਨੇ ਦੀ ਪੇਮੈਂਟਾਂ ਦਾ ਮਸਲਾ ਸੀਗਾ। ਕਈ ਮਸਲੇ ਆਏ ਹਮੇਸ਼ਾ ਹੀ ਉਹਨਾਂ ਤੋਂ ਇਹ ਸਾਰੀਆਂ ਗੱਲਾਂ ਸਿੱਖੀਆਂ ਸਭ ਬਹੁਤ ਕੁਝ। ਅਸੈਂਬਲੀ ਦੇ ਅੰਦਰ ਵੀ ਜਿੰਨਾ ਹੀ ਵਾਸ ਸੋ ਗ੍ਰੇਸ਼ੀਅਸ ਵੀ ਉਹਨਾਂ ਨੇ ਸਪੀਕਰ ਸਾਹਿਬ ਨੂੰ ਕਹਿ ਦੇਣਾ ਵੀ ਜਾਖੜ ਸਾਹਿਬ ਬੋਲ ਰਹੇ ਇਹਨਾਂ ਨੂੰ ਬੋਲਣ ਦਾ ਮੌਕਾ ਦਿਓ। ਹੁਣ ਤਾਂ ਸਾਰਾ ਦਿਨ ਉੱਥੇ ਲਾਲਾ ਲਾਲਾ ਹੋਈ ਰਹਿੰਦੀ ਹੈ, ਲਾ ਲਾ ਕਰਕੇ ਬਿਠਾ ਦਿੰਦੇ ਖੁਦ ਚੱਲ ਕੇ। ਇੱਕ ਵਾਰੀ ਮੈਂ ਜਦੋਂ ਦੇਖਿਆ ਜਦੋਂ ਹੁਣ ਨੀਲੀ ਸੁੰਡੀ ਕਹਿਣ ਵਾਲਾ ਮੌਕਾ ਨਹੀਂ, ਜਦੋਂ ਨੀਲੀ ਸੁੰਡੀ ਵਾਲੇ ਪ੍ਰਕੋਪ 'ਚ ਬੋਲ ਰਿਹਾ ਸੀ ਤਾਂ ਉਦੋਂ ਉਹਨਾਂ ਨੇ ਟੋਕਿਆ ਨਹੀਂ, ਪਰ ਬਾਅਦ 'ਚ ਜਦੋਂ ਜਵਾਬ ਦੇਣ ਵਾਸਤੇ ਖੜੇ ਹੋਏ ਤਾਂ ਕਾਲੋ ਸਾਹਿਬ ਬੈਠੇ ਸੀ। ਉਹਨਾਂ ਨੂੰ ਕਾਲੋ ਸਾਹਿਬ ਕਿ ਸਪੀਕਰ ਸਾਹਿਬ ਅੱਜ ਕੁਝ ਜ਼ਿਆਦਾ ਹੀ ਮਿਹਰਬਾਨ ਹੋ ਗਏ ਜਾਖੜ ਸਾਹਿਬ ਤੇ ਤੁਸੀਂ 1.5 ਘੰਟਾ ਬੁਲਾਤਾ ਇਹਨਾਂ ਨੂੰ। ਉਹਨਾਂ ਦਾ ਬੜਾਪਨ ਸੀ ਸਾਹਿਬ। ਉਸ ਕਿਸਮ ਦੀ ਸ਼ਖਸੀਅਤਾਂ ਇੱਕ ਬਹੁਤ ਵੱਡਾ ਸਮਾਜ ਨੂੰ ਪੰਜਾਬ ਨੂੰ ਘਾਟਾ ਹੋਇਆ है। सरदार प्रकाश सिंह जी बादल आज हमारे बीच में नहीं रहे। उनका बहुत ही दुखदाई उनके चले जाने का अभी समाचार मिला। मेरे व्यक्तिगत तौर पर सरदार प्रकाश सिंह बादल साहब के साथ एक ऐसा रिश्ता रहा जिसको शायद अल्फाजों में बयान ना किया जा सके। मैं ये मानता हूं कि मैंने अपने जीवन में समाज के प्रति, देश के प्रति, सूबे के प्रति सेवा की जो भावना सीखी वो सरदार प्रकाश सिंह बादल से सीखी। उनका सानी कोई नहीं हो सकता, उनका मुकाबला भी कोई नहीं कर सकता। उनके जाने से एक युग का अंत हुआ है। मुझे याद है देश के प्रधानमंत्री नरेंद्र मोदी जी ने एक बार उनको संबोधित होते हुए कहा था कि ये हमारे भारत देश के नेल्सन मंडेला हैं, क्योंकि उन्होंने भारत देश की आजादी के बाद सबसे ज्यादा लंबे समय जेलों में रहे और लोगों के कामों के लिए, अपने सूबे के लिए और अपनी मांगों के लिए और लोगों की भावनाओं के लिए शायद ही कोई इतनी बड़ी कुर्बानी करने की क्षमता रखता हो। मैं अपनी तरफ से भी, भारतीय जनता पार्टी की तरफ से भी और अनेकों लोग जो मेरे जैसे उनके द्वारा दिखाई हुई पंगडंडी पे चलने की कोशिश करते हैं, उनके द्वारा दिखाए हुए राहों पर चलने की कोशिश करते हैं, उनके चरणों में अपने श्रद्धा सुमन अर्पित करता हूं। और यही हम सब मिलकर परमात्मा से अरदास करते हैं, परमात्मा उनको अपने चरणों में स्थान दे। वो एक ऐसी अद्भुत समा था जो जिसने उनके साथ बिताया जो उसको कभी भूल नहीं सकता, इसलिए मैं भी कभी उसको भूल नहीं सकता। मैं प्रणाम करता हूं उनके श्री चरणों में। ਅੱਜ ਬਹੁਤ ਹੀ ਦੁਖਦਾਈ ਅਫਸੋਸਨਾਕ ਖਬਰ ਆ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਜੋ ਸਰੀਰਕ ਤੌਰ ਤੇ ਸਾਡੇ ਤੋਂ ਸਦਾ ਲਈ ਚਲੇ ਗਏ। ਉਹਨਾਂ ਦੇ ਜਾਣ ਦਾ ਨਾ ਪੂਰੇ ਜਾਣ ਵਾਲਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਣਾ, ਪਰ ਉਹਨਾਂ ਦੇ ਜੀਵਨ ਦੀਆਂ ਯਾਦਾਂ ਜਿਹੜੀਆਂ ਹਮੇਸ਼ਾ ਸਾਡੇ ਲਈ ਮਾਣ ਤੇ ਗੌਰਵ ਵਾਲੀਆਂ ਰਹਿਣਗੀਆਂ। ਉਹਨਾਂ ਨੂੰ ਇੱਕ ਲੋਕ ਨਾਇਕ ਦੇ ਤੌਰ ਤੇ, ਕਿਸਾਨਾਂ ਦੇ ਮਸੀਹੇ ਦੇ ਤੌਰ ਤੇ, ਦੇਸ਼ ਦਾ ਸਭ ਤੋਂ ਵੱਡਾ ਕਦਵਾਰ ਨੇਤਾ ਦੇ ਤੌਰ ਤੇ ਔਰ ਇੱਕ ਬੜੀ ਨਿਮਰਤਾ ਤੇ ਹਲੀਮੀ ਨਾਲ ਆਪਣੀ ਗੱਲ ਕਹਿਣ ਵਾਲੇ ਨੇਤਾ ਦੇ ਤੌਰ ਤੇ ਔਰ ਇੱਕ ਪੰਜਾਬ ਦਾ ਦਰਦ ਲੈ ਕੇ, ਪੰਜਾਬ ਦਾ ਫਿਕਰ ਲੈ ਕੇ, ਪੰਜਾਬ ਨੂੰ ਇੱਕ ਚੰਗੇ ਰਾਹ ਤੇ ਲਿਆਉਣ ਦੀ ਚਿੰਤਾ ਲੈ ਕੇ ਉਹ ਸਾਡੇ ਚੋਂ ਗਏ ਨੇ। ਔਰ ਉਹਨਾਂ ਨੇ ਹਮੇਸ਼ਾ ਪੰਜਾਬ ਨੂੰ ਚੜ੍ਹਦੀ ਕਲਾ ਲਈ ਔਰ ਦੇਸ਼ ਦੀ ਤਰੱਕੀ ਲਈ ਬੜੀ ਵੱਡੀ ਕੁਰਬਾਨੀਆਂ ਤੇ ਸੇਵਾ ਕੀਤੀ ਆ। ਮੈਂ ਸਮਝਦਾ ਕਿ ਉਹਨਾਂ ਦੀ ਸੰਘਰਸ਼ੀਲ ਜ਼ਿੰਦਗੀ ਜਿਹੜੀ ਆ ਉਹ ਹਮੇਸ਼ਾ ਪ੍ਰੇਰਨਾ ਸਰੋਤ ਰਹੇਗੀ। ਉਹਨਾਂ ਦੇ ਜੀਵਨ ਦੀਆਂ ਯਾਦਾਂ ਉਹ ਸਾਡੇ ਸਾਰਿਆਂ ਲਈ ਇੱਕ ਮਤਲਬ ਪ੍ਰੇਰਨਾ ਸਰੋਤ ਰਹਿਣਗੀਆਂ। ਅੱਜ ਉਹ ਸਾਡੇ 'ਚ ਨਹੀਂ ਰਹੇ, ਪਰ ਉਹਨਾਂ ਨੇ ਮੈਂ ਸਮਝਦਾ ਜੀਵਨ ਦੇ ਵਿੱਚ ਜੋ ਘਾਲਣਾ ਘਾਲੀ ਆ ਉਹ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਲਈ, ਪੰਜਾਬ ਲਈ, ਦੇਸ਼ ਲਈ ਇੱਕ ਮਾਣ ਵਾਲੀ ਗੱਲ ਆ, ਇੱਕ ਗੌਰਵ ਵਾਲੀ ਗੱਲ ਆ।